Hello guys, today's our topic is principle of pumping scheme। ਪੰਪਿੰਗ ਸਕੀਮ ਆਪਣੇ ਕੋਲੇ ਕਈ ਤਰ੍ਹਾਂ ਦੀ ਹੋ ਸਕਦੀ ਹੈ ਜੀ। ਉਹਦੇ 'ਚ ਆਪਣੇ ਕੋਲੇ ਮੇਨ ਕਿਹੜੀਆਂ ਹੈਗੀਆਂ 2 ਲੈਵਲ ਪੰਪਿੰਗ, 3 ਲੈਵਲ ਪੰਪਿੰਗ, 4 ਲੈਵਲ ਪੰਪਿੰਗ। ਇਹਨਾਂ ਦੀ ਹੁਣ ਆਪਾਂ ਇੱਕ ਕਰਕੇ ਇਹਨਾਂ ਨੂੰ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਲੈਂਦੇ ਹਾਂ ਟੂ ਲੈਵਲ ਪੰਪਿੰਗ। 2 ਲੈਵਲ ਪੰਪਿੰਗ 'ਚ ਸਿਰਫ 2 ਹੀ ਲੈਵਲਸ ਹੁੰਦੇ ਹੈ। ਕਿਹੜੇ ਕਿਹੜੇ ਹੁੰਦੇ ਆ? ਸਭ ਤੋਂ ਪਹਿਲਾਂ ਗਰਾਊਂਡ ਸਟੇਟ ਹੁੰਦੀ ਹੈ ਐਂਡ ਦੈਨ ਫਿਰ ਐਕਸਾਈਟਡ ਸਟੇਟ ਹੁੰਦੀ ਹੈ। ਆਪਣੇ ਜਿਹੜੇ ਪਾਰਟੀਕਲਸ ਹੈਗੇ ਆ ਉਹ ਐਕਸਾਈਟਡ ਮਤਲਬ ਕਿ ਗਰਾਊਂਡ ਸਟੇਟ ਤੋਂ ਸਿੱਧੇ ਐਕਸਾਈਟਡ ਸਟੇਟ ਵੱਲ ਪੰਪ ਹੁੰਦੇ ਆ। ਉਹਦੇ ਅੰਦਰ ਮੈਟਾਸਟੇਬਲ ਨਹੀਂ ਹੁੰਦੀ। ਇਹੀ ਆਪਣੇ ਕੋਲ 2 ਲੈਵਲ ਪੰਪਿੰਗ ਹੈ। ਬਟ ਇਸ ਤਰ੍ਹਾਂ ਦੀ ਪੰਪਿੰਗ 'ਚ ਆਪਾਂ ਨੂੰ ਲੇਜ਼ਰ ਨਹੀਂ ਮਿਲਦੀ ਕਿਉਂਕਿ ਇਹਦੇ ਅੰਦਰ ਮੈਟਾਸਟੇਬਲ ਸਟੇਟ ਨਹੀਂ ਹੈਗੀ। ਸੋ ਸਟੀਮੂਲੇਟਡ ਐਮਿਸ਼ਨ ਵੀ ਨਹੀਂ ਹੋਏਗਾ। 2 level pumping let E1 and E2 are two energy levels having the populated density N1 and N2 respectively, then population inversion N2 greater than N1। population ਦੀ main conditions ਕਿਹੜੀ ਸੀ ਆਪਣੇ ਕੋਲੇ? N2 greater than N1। ਤਾਂ ਹੀ ਆਪਣੇ ਕੋਲੇ emission stimulated emission ਹੋਏਗਾ ਅਗਰ ਆਪਣੇ ਕੋਲੇ ਜਿਹੜੇ ਨੰਬਰ ਆਫ ਐਟਮਸ ਹੈਗੇ ਆ ਐਕਸਾਈਟਡ ਸਟੇਟ 'ਚ ਜ਼ਿਆਦਾ ਹੋਣਗੇ ਕਿਹਦੇ ਤੋਂ? ਗਰਾਊਂਡ ਸਟੇਟ ਤੋਂ। then populated at the faster rate than the decay of the lower level, it means that the stay time or lifetime delta at upper level E2 must be longer। ਆਪਾਂ ਨੂੰ ਮਤਲਬ ਕਿ ਇਹਦੀ ਮੇਨ ਕੰਡੀਸ਼ਨ ਕੀ ਹੈ ਕਿ ਜਿਹੜਾ ਐਕਸਾਈਟਡ ਸਟੇਟ ਦਾ ਆਪਣੇ ਕੋਲੇ ਜਿਹੜਾ ਟਾਈਮ ਪੀਰੀਅਡ ਹੋਣਾ ਚਾਹੀਦਾ ਐਟਮਸ ਦੇ ਰਹਿਣ ਦਾ ਟਾਈਮ ਪੀਰੀਅਡ ਹੈ ਉਹ ਜ਼ਿਆਦਾ ਹੋਣਾ ਚਾਹੀਦਾ ਹੈ ਗਰਾਊਂਡ ਸਟੇਟ ਤੋਂ। ਤਾਂ ਹੀ ਆਪਾਂ ਉਹਨੂੰ ਬਾਹਰੋਂ એનર્ਜੀ ਦੇਵਾਂਗੇ ਥੱਲੇ ਆਉਣ ਲਈ। ਬਟ ਐਕਸਾਈਟਡ ਸਟੇਟ ਦਾ ਕਿੰਨਾ ਹੁੰਦਾ ਆਪਣੇ ਕੋਲ 10⁻⁻7 ਹੁੰਦਾ। ਆਪਾਂ ਨੂੰ ਚਾਹੀਦਾ ਕਿੰਨਾ ਹੁੰਦਾ ਮੈਟਾਸਟੇਬਲ ਸਟੇਟ ਜਿਹਦਾ ਹੁੰਦਾ 10⁻³ ਤਾਂ ਆਪਣੇ ਕੋਲ ਇਹ ਆਪਣੀ ਫੁੱਲਫਿਲ ਕੰਡੀਸ਼ਨ ਨਹੀਂ ਕਰਦੀ ਮੈਟਾਸਟੇਬਲ ਸਟੇਟ ਦੀ। ਸੋ ਮਤਲਬ ਕਿ ਜਿਹੜੀ ਐਕਸਾਈਟਡ ਸਟੇਟ ਆ ਆਪਣੇ ਕੋਲ ਮੈਟਾਸਟੇਬਲ ਸਟੇਟ ਨਹੀਂ ਹੈਗੀ। ਦੈਨ ਲੈਟ del E2 is the line width of level E2 and therefore Heisenberg uncertainty principle requires that E2 del T greater than equal to h cut। अपने h cut तो del E2 and time period greater होना चाहिए as del T is longer so E2 is smaller then spread of the width of the upper energy level should be narrow। ਉਹ ਕੀ ਕਹਿ ਰਿਹਾ ਆਪਣੇ ਕੋਲੇ ਅਗਰ ਆਪਣਾ del T मतलब कि ਜਿਹੜਾ टाइम पीरियड है बहुत ज़्यादा है सो del E2 विल बी स्मॉलर ਤਾਂ ਉਹਦੀ एनर्जी ਲੈਸ ਹੋਏਗੀ एंड स्प्रेड और width और ਉਹਦੀ ਜਿਹੜਾ ਆਪਣੇ ਕੋਲੇ width ਹੈ ਗ੍ਰਾਫ ਦੀ ਆਹ ਵਾਲੀ ਆਪਣੇ ਕੋਲੇ width ਹੈ of upper energy level should be narrow ਉਹ ਛੋਟੀ ਹੋਏਗੀ। but if it is so then only a specific frequency of photon is required for pumping। it is imposes ਕਿਉਂ ਆਪਾਂ ਨੂੰ ਸਪੈਸੀਫਿਕ ਫ੍ਰੀਕੁਐਂਸੀ ਦੀ ਕਿਉਂ ਚਾਹੀਦੀ ਹੈ ਤਾਂ ਕਿ ਉਹ ਜਿਹੜੀ ਉਹਦੀ એનર્ਜੀ ਹੈ ਕਿੰਨੀ એનર્ਜੀ ਚਾਹੀਦੀ ਹੈ ਆਪਾਂ ਨੂੰ E2 - E1 ਇਸ ਕੰਡੀਸ਼ਨ ਨੂੰ ਫੁੱਲਫਿਲ ਕਰ ਸਕੇ। ਉਹਦੀ ਜਿਹੜੀ ਫ੍ਰੀਕੁਐਂਸੀ ਹੈ ਫ੍ਰੀਕੁਐਂਸੀ ਆਪਣੇ ਕੋਲ ਕੀ ਹੈ h ਕੱਟ μ E2 - E1 h ਕੱਟ ਥੱਲੇ ਚਲਾ ਗਿਆ h ਥੱਲੇ ਚਲਾ ਗਿਆ ਆਪਣੇ ਕੋਲ ਪਲੈਂਕਸ ਕੌਂਸਟੈਂਟ ਇਕੱਲੇ μ ਦੀ ਆਪਣੇ ਕੋਲ ਰਹਿ ਗਿਆ μ ਕੀ ਆਪਣੇ ਕੋਲ ਫ੍ਰੀਕੁਐਂਸੀ ਹੈ ਤਾਂ ਇਹਦੀ ਕੰਡੀਸ਼ਨਸ ਨੂੰ ਫੁੱਲਫਿਲ ਕਰਨ ਲਈ ਆਪਾਂ ਨੂੰ ਇੱਕ ਸਪੈਸੀਫਿਕ ਫ੍ਰੀਕੁਐਂਸੀ ਆਫ ਫੋਟੋਨ ਦੀ ਲੋੜ ਪੈਂਦੀ ਹੈ। ਇਟ ਇਜ਼ ਵੈਰੀ ਡਿਫਿਕਲਟ ਟੂ ਅਚੀਵ। also the pump source radiation plays 2 roles, one to excite the atoms and second is induce the transition from E2 to E1। ਆਪਣੇ ਕੋਲੇ ਜਿਹੜੇ ਪੰਪ ਸੋਰ ਆ ਉਹਦੇ 2 ਕੰਮ ਹੁੰਦੇ ਆ। ਸਭ ਤੋਂ ਪਹਿਲਾਂ ਆਪਾਂ ਜਿਹੜਾ ਫੋਟੋਨ ਦਿੰਦੇ ਹਾਂ ਐਕਸਾਈਟਡ ਸਟੇਟ 'ਚ ਲੈ ਜਾਣ ਲਈ ਔਰ ਬਾਅਦ 'ਚ ਜਿਹੜਾ ਆਪਾਂ ਫੋਟੋਨ ਦਿੰਦੇ ਹਾਂ ਥੱਲੇ ਆਉਣ ਲਈ। then populated and the depopulated simultaneously so no question is achieving। ਹੁਣ ਆਪਾਂ ਦੇਖਦੇ ਹਾਂ ਜਿਹੜੇ ਆਪਣੇ ਕੋਲ ਆਮ 2 ਲੈਵਲ એનર્ਜੀ ਲੈਵਲ ਪੰਪਿੰਗ ਸਕੀਮ ਹੁੰਦੀ ਆ ਉਹਦੇ ਅੰਦਰ ਆਪਣੇ ਕੋਲ ਇਮੀਡੀਏਟਲੀ ਤਾਂ ਆਪਣਾ ਇਲੈਕਟ੍ਰੋਨ ਆ ਉਹ ਥੱਲੇ ਆ ਜਾਂਦਾ ਉਹ ਰੁਕਦਾ ਨਹੀਂ ਹੈ ਇਸ ਕਰਕੇ ਉਹਦੇ ਅੰਦਰ ਸਟੀਮੂਲੇਟਡ emission ਨਹੀਂ ਹੁੰਦਾ। ਸੋ no question is achieving the population inversion but at the most one can achieve the condition N2 equal to N1 equally populated levels, hence there is no laser action in 2 pumping level scheme। ਐਨੇ ਆਪਣੇ ਆ ਪੂਰੇ ਹੈਗੇ ਆ ਇਹਦੇ ਅੰਦਰ ਇਹ ਤਾਂ ਨਹੀਂ ਹੋ ਸਕਦਾ ਐਕਸਾਈਟਡ ਸਟੇਟ 'ਚ ਆਪਣੇ ਕੋਲ ਐਟਮਸ ਜ਼ਿਆਦਾ N1 ਸਟੇਟ ਤੋਂ N1 ਐਟਮਸ ਤੋਂ ਪਰ ਇਹ ਜ਼ਰੂਰ ਹੋ ਸਕਦਾ ਹੈ ਕਿ N2 ਇਕੁਅਲ ਟੂ N1 ਬਟ ਇਸ ਕੇਸ 'ਚ ਵੀ ਜਿਹੜੇ ਆਪਣੇ ਕੋਲ ਪੋਪੂਲੇਸ਼ਨ ਇਨਵਰਜ਼ਨ ਨਹੀਂ ਹੋਏਗਾ।
ਸੋ 2 ਲੈਵਲ એનર્ਜੀ ਲੈਵਲ 'ਚ ਆਪਣੇ ਕੋਲ ਪੋਪੂਲੇਸ਼ਨ ਇਨਵਰਜਨ ਨਹੀਂ ਹੁੰਦਾ। ਹੁਣ ਆਪਾਂ 3 ਲੈਵਲ ਦੀ ਗੱਲ ਕਰਦੇ ਹਾਂ। 3 ਲੈਵਲ 'ਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ, ਇਹਦੇ ਅੰਦਰ ਸਭ ਤੋਂ ਪਹਿਲਾਂ ਆਪਣੇ ਕੋਲ ਹੁੰਦੀ ਹੈ ਗਰਾਊਂਡ ਸਟੇਟ, ਫਿਰ ਹੁੰਦੀ ਹੈ ਮੈਟਾਸਟੇਬਲ ਸਟੇਟ, ਫਿਰ ਹੁੰਦੀ ਹੈ ਐਕਸਾਈਟਡ ਸਟੇਟ। 3 level pumping scheme, as we already discussed at the laser action, is not possible 2 level pumping scheme, but some materials, ruby laser, helium neon laser 4 level है। energy level E1 E2 and E3 atoms are laser mediums। अपने को एनर्जी लैवल्स है अपने को लेजर मीडियम दे। हेयर E1 इज़ ग्राउंड स्टेट, आप जानते हैं E1 ग्राउंड स्टेट है, E2 मेटास्टेबल स्टेट है, E3 अपने को एक्साइटेड स्टेट है। ਪੰਪ ਹੁਣ ਆਪਾਂ ਇਹਨਾਂ ਨੂੰ ਲੈਵਲ ਵਾਈਜ਼ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਪੰਪਿੰਗ ਦੇਣੀ ਹੈ। ਆਪਣੇ ਕੋਲੇ ਗਰਾਊਂਡ ਸਟੇਟ ਤੋਂ ਪੰਪ ਕਰਵਾਉਣ ਲਈ ਜਿਹੜਾ ਇਲੈਕਟ੍ਰੋਨ ਹੈ ਉਹ એનર્ਜੀ ਲਏਗਾ ਔਰ ਸਿੱਧਾ E1 ਟੂ ਕਿੱਥੋਂ ਜਾਏਗਾ, E3 ਲੈਵਲ 'ਚ ਜਾਏਗਾ। ਐਕਸਾਈਟਡ ਹੋ ਗਿਆ। ਹੁਣ ਆਪਾਂ ਦੇਖਦੇ ਹਾਂ ਫॉर एग्जाम्पल in optical pumping the laser medium may be irradiated by radiation of frequency mu0। mu0 frequency ਦਿੱਤੀ, अपने को एटम जो एक्साइटेड हो गया। सच एच mu0 इक्वल टू E3 माइनस E1। एनी पूरी एनर्जी अपन ਨੂੰ देनी पएगी और एनी ही एनर्जी उन्होंने छड़नी पएगी वापस थले ग्राउंड स्टेट आने ਲਈ। सो द एटम्स आर एक्साइटेड बाय स्टिमुलेटेड एब्सॉर्प्शन एनर्जी लेवल E3 शॉर्ट लाइट 10⁻8 सेकेंड। पॉपुलेशन इन्वर्जन होएगा। हुण एक्साइटेड स्टेट 'ਚ चला गया, उस तो बाद कित्थे आएगा वो स्पॉन्टेनियस मिशन करके अपने को मेटास्टेबल स्टेट 'ਚ आएगा। दैन पॉपुलेशन इन्वर्जन the atoms of the energy level E3 may drop the metastable level E2 by spontaneous emission। This occur almost instantaneously within about 10⁻⁻8 second for excitation। E2 being the metastable level, the excited atoms stay in the state for comparatively longer interval for time 10⁻⁻3 second। As a result, soon the number of atoms of the energy level E2 become much longer than the energy level E1। So the population inversion occurs between the E3 levels E2 and E1। ਹੁਣ ਆਪਾਂ ਨੂੰ ਕੀ ਕਹਿੰਦੇ ਪਏ, ਜਿਹੜਾ ਐਕਸਾਈਟਡ ਲੈਵਲ ਹੈਗਾ ਉਹਦੀ એનર્ਜੀ ਕੀ ਹੈ 10⁻⁻8 ਸੈਕਿੰਡਸ ਹੈ। ਇਸ ਕਰਕੇ ਉਹ ਆਪਦੀ એનર્ਜੀ ਸਪੌਂਟੇਨੀਅਸ ਮਿਸ਼ਨ ਕਰਕੇ E2 એનર્ਜੀ ਲੈਵਲ 'ਚ ਆ ਜਾਏਗਾ, ਜੋ ਆਪਣੇ ਕੋਲ ਮੈਟਾਸਟੇਬਲ ਸਟੇਟ ਹੈਗੀ ਹੈ E2 એનર્ਜੀ ਲੈਵਲ। ਉੱਥੇ ਉਹਦੀ ਆਪਣੇ ਕੋਲ ਸਟੇਟ ਦੀ એનર્ਜੀ ਕਿੰਨੀ ਹੈ 10⁻⁻3 ਸੈਕਿੰਡ ਹੈ। ਤਾਂ ਉੱਥੇ ਆਪਾਂ ਨੂੰ એનર્ਜੀ ਦੇ ਕੇ ਉਹਨੂੰ ਸਟੀਮੂਲੇਟਡ ਐਮਿਸ਼ਨ ਕਰਵਾਉਣਾ ਪਏਗਾ, ਤਾਂ ਉਹ ਆਪਣੇ ਕੋਲ ਥੱਲੇ ਗਰਾਊਂਡ ਸਟੇਟ 'ਚ ਆ ਜਾਏਗਾ ਅਤੇ ਇੱਥੇ ਆਪਣੇ ਕੋਲ ਪੋਪੂਲੇਸ਼ਨ ਇਨਵਰਜਨ ਹੋਏਗਾ। ਹੁਣ ਸਟੀਮੂਲੇਟਡ ਐਮਿਸ਼ਨ ਦੀ ਗੱਲ ਆ ਗਈ। ਇਹ ਫੋਟੋਨ ਐਨਰਜੀ hμ E2 minus E1 may be emitted due to ever present spontaneous emission। The photon will pass through the laser medium and may cause stimulated absorption from energy level E1 to E2 ground state। अपने को जिन्नी एनर्जी इत्थे हैगी अपने को इत्थों इत्थे तक आया, E3 तो E2 तक आया स्पॉन्टेनियस मिशन करके, E2 तो थले आएगा स्टिमुलेटेड मिशन करके। कितनी एनर्जी देनी पेगी इत्थे आपां नूं E2 माइनस E1 हैनी एनर्जी देनी पेगी इनू। हाउ एवर इज़ एक्सप्लेन द एटलियर एंड द रेट ऑफ स्टिमुलेटेड एमिशन इज़ मच ग्रेटर दैन द स्टिमुलेटेड एब्सॉर्प्शन। सो एमिशन डोमिनेट्स। स्टिमुलेटेड एमिशन है ਉਹ ਮਚ ਗ੍ਰੇਟਰ ਦੈਨ ਹੈ ਕਿਹਦੇ ਤੋਂ, ਸਟੀਮੂਲੇਟਡ ਐਬਜ਼ੋਰਪਸ਼ਨ ਤੋਂ। ਸੋ ਐਮਿਸ਼ਨ ਡੋਮੀਨੇਟਸ। ਨਾ ਹੁਣ ਆਪਾਂ ਗੱਲ ਕਰਦੇ ਹਾਂ 4 ਲੈਵਲ ਪੰਪਿੰਗ ਸਕੀਮ ਦੀ। 4 ਲੈਵਲ ਪੰਪਿੰਗ ਸਕੀਮ 'ਚ ਆਪਾਂ ਕੀ ਦੇਖਦੇ ਹਾਂ। 4 ਲੈਵਲ ਪੰਪਿੰਗ ਸਕੀਮ ਆਪਾਂ ਨੂੰ ਪਤਾ ਹੈ E1 ਹੈ E2 ਹੈ। ਇਹਦੇ ਅੰਦਰ ਕੀ ਹੁੰਦਾ ਹੈ ਤੁਹਾਨੂੰ ਡਾਇਗਰਾਮ ਤੋਂ ਸਮਝਾਉਂਦੀ ਹਾਂ ਮੈਂ। ਇੱਥੇ ਹੈ ਆਪਣੇ ਕੋਲ ਆ ਹੈ ਆਪਣੇ ਕੋਲ E4, आ है अपने को E3 E2 E1। सब तो पहला अपना एटम है जोड़ा एक्साइट होके सीधा जाएगा अपर लैवल 'ਚ। उस तो बाद वो थले आएगा स्पॉन्टेनियस मिशन करके किदे 'ਚ E3 लैवल, जो कि अपने को मैटास्टेबल स्टेट है। इस तो बाद इत्थे होगा
ਸਟੀਮੂਲੇਟਡ ਐਮਿਸ਼ਨ, ਸਟੀਮੂਲੇਟਡ ਐਮਿਸ਼ਨ ਹੋਏਗਾ, ਇੱਥੇ એનર્ਜੀ ਦੇਣੀ ਪਏਗੀ, ਇਹਨੂੰ ਫੋਟੋਨ ਗਿਰਾਉਣਾ ਪਏਗਾ ਆਪਾਂ ਨੂੰ। ਇੱਥੋਂ ਬੈਕ ਥੱਲੇ ਆਏਗਾ ਸਪੋਂਟੇਨੀਅਸ ਐਮਿਸ਼ਨ। ਆਪਣੇ ਕੋਲੇ ਸੈਕਿੰਡ ਜਿਹੜੀ ਆਪਣੇ ਕੋਲੇ ਸੈਕਿੰਡ ਸਟੇਟ ਹੈ, ਇਹ ਸੈਕਿੰਡ ਐਕਸਾਈਟਡ ਸਟੇਟ ਹੈ। ਇਹ ਆਪਣੇ ਕੋਲੇ ਫਸਟ ਐਕਸਾਈਟਡ ਸਟੇਟ ਹੈ। ਇਹ ਆਪਣੇ ਕੋਲੇ ਗਰਾਊਂਡ ਸਟੇਟ ਹੈ ਤੇ ਇਹ ਆਪਣੇ ਕੋਲੇ ਮੈਟਾਸਟੇਬਲ state है। Here atoms in ground state even absorb the photon energy and atoms are excited to level E4 and atoms returns to metastable state in which they remains comparatively long time order 10 to the power minus 3 to 10 to the power minus 2 second during the time population inversion is achieved between metastable state and state E3 and intermediate state E2. Here thus E2 is practically empty and state E3 is completely filled. Hence the transition take place E3 to E2 by emission of laser. Finally, the atoms returns to ground state even from the energy level E2. Atoms drop to ground state spontaneous emission. ਉਹਨਾਂ ਨੇ ਕਿਹਾ ਸਭ ਤੋਂ ਪਹਿਲਾਂ E4 ਤੋਂ E3 'ਚ ਆਏਗਾ ਸਪੋਂਟੇਨੀਅਸ ਐਮਿਸ਼ਨ ਕਰਕੇ, ਉਸ ਤੋਂ ਬਾਅਦ ਲੇਜ਼ਰ ਅਕਰ ਹੋਏਗੀ ਆਪਣੇ ਕੋਲ E3 to E2 'ਚ, ਜਿਹਦੇ 'ਚ ਅੰਦਰ ਸਟੀਮੂਲੇਟਡ ਐਮਿਸ਼ਨ ਹੋਏਗਾ। ਉਸ ਤੋਂ ਬਾਅਦ E2 ਤੋਂ ਲੈ ਕੇ E1 ਤੱਕ ਉਹ ਆਪਣੇ ਆਪ ਹੀ ਥੱਲੇ ਆ ਜਾਏਗਾ ਸਪੋਂਟੇਨੀਅਸ ਐਮਿਸ਼ਨ ਕਰਕੇ। ਦੈਨ atoms drop the state stimulated emission, spontaneous emission, whereas they can again by pumped to energy level E4. then process repeats a cycle। ਹੁਣ ਉਹ ਜਿਹੜੇ ਆਪਣੇ ਕੋਲੇ ਮਿਲੀ ਹੈ ਐਮਿਸ਼ਨ ਹੋਇਆ, ਆਪਣੇ ਕੋਲੇ એનર્ਜੀ ਹੈ, 2 ਫੋਟੋਨਸ ਆ ਗਏ ਆਪਣੇ ਕੋਲ, 2 ਫੋਟੋਨਸ ਆਪਣੇ ਰਿਫਲੈਕਟ ਬੈਕ ਹੋਣਗੇ ਆਪਣੀ ਕੈਵਿਟੀ ਦੇ ਮਿਰਰਸ ਤੋਂ ਐਂਡ ਦੈਨ ਇਹ ਪ੍ਰੋਸੈਸ ਰਿਪੀਟ ਹੋਏਗਾ ਸਾਈਕਲ ਵਾਈਜ਼ ਤੇ ਆਪਣੇ ਕੋਲੇ ਐਂਪਲੀਫਿਕੇਸ਼ਨ ਹੋਏਗਾ। ਦੈਨ pumping scheme is used to helium neon laser and CO2 laser, then population inversion achieved of the laser electrical discharge method। ਹੁਣ ਆਪਣੇ ਕੋਲੇ ਹੀਲੀਅਮ ਨਿਓਨ ਆਪਣੇ ਕੋਲੇ ਪੰਪਿੰਗ ਸਕੀਮ ਵੀ ਅਲੱਗ-ਅਲੱਗ ਹੈ। ਹੀਲੀਅਮ ਨਿਓਨ ਲੇਜ਼ਰ 'ਚ ਆਪਣੇ ਕੋਲੇ ਇਲੈਕਟ੍ਰਿਕ ਡਿਸਚਾਰਜ ਨਾਲ ਹੁੰਦਾ ਹੈ। ਰੂਬੀ ਲੇਜ਼ਰ ਦੇ ਅੰਦਰ ਆਪਣੇ ਕੋਲੇ ਆਪਟੀਕਲ ਪੰਪਿੰਗ ਹੁੰਦੀ ਹੈ ਨੋਟ। ਡਿਊਰਿੰਗ ਦ ਸਟੀਮੂਲੇਟਡ ਐਮਿਸ਼ਨ ਦੇ ਦਾ ਟ੍ਰਾਂਜੀਸ਼ਨ ਬਿਟਵੀਨ 2 ਲੈਵਲਸ ਇਜ਼ ਕਾਲਡ ਲੇਜ਼ਿੰਗ ਟ੍ਰਾਂਜੀਸ਼ਨ। ਆਪਣੇ ਕੋਲੇ ਜਿਹੜੀ ਟ੍ਰਾਂਜੀਸ਼ਨ ਹੁੰਦੀ ਹੈ 2 ਲੈਵਲਸ ਦੇ ਅੰਦਰ, ਉਹਨੂੰ ਲੇਜ਼ਿੰਗ ਟ੍ਰਾਂਜੀਸ਼ਨ ਕਹਿੰਦੇ ਆ। ਅਪਰ ਐਨਰਜੀ ਲੈਵਲ ਇਜ਼ ਮੈਟਾਸਟੇਬਲ ਸਟੇਟ ਐਂਡ upper lacing level while lower energy level known as the lower lacing level। ਆਪਣੇ ਕੋਲੇ 2 ਮੈਟਾਸਟੇਬਲ ਸਟੇਟ ਹੈ ਹੁਣ ਇੱਥੇ, ਇੱਕ ਜਿਹਨੂੰ ਮੈਂ ਕਿਹਾ ਸੀਗਾ ਆਪਣੇ ਕੋਲੇ ਐਕਸਾਈਟਡ ਸਟੇਟ E2 ਹੈਗੀ ਆ, ਇੱਕ ਮੈਟਾਸਟੇਬਲ ਸਟੇਟ ਹੈ। ਇਹਨੂੰ ਅਪਰ ਲੇਜ਼ਿੰਗ ਲੈਵਲ ਕਹਿੰਦੇ ਆ, ਇਹਨੂੰ ਲੋਅਰ ਲੇਜ਼ਿੰਗ ਲੈਵਲ ਕਹਿੰਦੇ ਆ। The highly excited level which the atom is excited by means of pumping action is known as the pumping level and transition from ground state to pumping level is called pump transition। ਪੰਪਿੰਗ ਲੈਵਲ ਹੁੰਦਾ ਆਪਣੇ ਕੋਲ ਐਕਸਾਈਟਡ ਸਟੇਟ ਹੁੰਦੀ ਹੈ ਜਿਹੜੀ ਸਭ ਤੋਂ ਜ਼ਿਆਦਾ E4 ਅਤੇ ਉਹਦੇ ਅੰਦਰ ਪੰਪ ਕਰਵਾਉਣ ਦੀ ਟ੍ਰਾਂਜੀਸ਼ਨ ਜਿਹੜੇ ਆਪਾਂ ਪਾਰਟੀਕਲਸ ਲੈ ਕੇ ਜਾਂਦੇ ਹਾਂ E1 to E4 'ਤੇ, ਉਹ ਆਪਣੇ ਕੋਲ ਪ੍ਰੋਸੈਸ ਆ, ਉਹਨੂੰ ਕੀ ਕਹਿੰਦੇ ਆ ਆਪਾਂ ਪੰਪ ਟ੍ਰਾਂਜੀਸ਼ਨ ਜਿਹੜੀ ਹੁੰਦੀ ਆ। ਡਿਫਰੈਂਸ ਬਿਟਵੀਨ ਦਾ ਲੈਵਲਸ 4 ਲੈਵਲ ਐਂਡ 3 ਲੈਵਲ। ਇਹਦੇ ਅੰਦਰ ਆਪਣੇ ਕੋਲੇ ਸਭ ਤੋਂ ਪਹਿਲਾਂ 3 ਲੈਵਲ ਹੋ ਗਏ, ਇਹਦੇ ਅੰਦਰ ਆਪਣੇ ਕੋਲੇ 4 ਲੈਵਲ ਹੋ ਗਏ। ਇੱਥੇ ਆਪਣੇ ਕੋਲੇ ਮੋਸਟ ਪ੍ਰੋਬੇਬਲ ਸਟੇਟ ਗਰਾਊਂਡ ਸਟੇਟ ਬਿਫੋਰ ਦਾ ਪੋਪੂਲੇਸ਼ਨ ਇਨਵਰਜਨ ਇਨ ਦਾ ਲੋਅਰ ਲੇਜ਼ਰ ਲੈਵਲ। ਇੱਥੇ ਆਪਣੇ ਕੋਲ ਐਕਸਾਈਟਡ ਤੋਂ ਬਾਅਦ ਮੈਟਾਸਟੇਬਲ ਸਟੇਟ ਜਾਂਦਾ, ਮੈਟਾਸਟੇਬਲ ਸਟੇਟ ਤੋਂ ਬਾਅਦ ਥੱਲੇ ਆ ਜਾਂਦਾ। ਇਹਦੇ ਅੰਦਰ ਕੀ ਹੁੰਦਾ, ਐਟਮਸ ਦਾ ਲੋਅਰ ਲੈਵਲ E2 ਆਰ ਕੰਪੈਰੇਟਿਵਲੀ ਲੈਸ ਇਨ ਨੰਬਰ। ਇਹਦੇ ਅੰਦਰ ਆਪਣੇ ਕੋਲੇ ਜ਼ਿਆਦਾ ਹੁੰਦੇ ਆ ਐਟਮਸ ਹੁੰਦੇ ਆ ਗਰਾਊਂਡ ਸਟੇਟ ਬਿਫੋਰ ਪੋਪੂਲੇਸ਼ਨ ਇਨਵਰਜਨ ਤੋਂ ਪਹਿਲਾਂ। ਇਹਦੇ ਅੰਦਰ ਆਪਣੇ ਕੋਲੇ E2 'ਚ ਆਪਣੇ ਕੋਲੇ ਘੱਟ ਹੁੰਦੇ ਆ, ਕਿਉਂਕਿ E2 'ਚ ਨਾ ਹੋ ਕੇ ਉਹ ਕਿਹਦੇ ਅੰਦਰ ਹੁੰਦੇ ਆ E3 'ਚ ਹੁੰਦੇ ਆ। ਤੇ ਪ੍ਰੋਡਿਊਸ ਏ population inversion between E2 and E1 is large amount of energy is required। 3 level ਲੇਜ਼ਰ 'ਚ ਆਪਾਂ ਨੂੰ ਜ਼ਿਆਦਾ ਅਮਾਊਂਟ ਆਫ ਐਨਰਜੀ ਚਾਹੀਦੀ ਹੁੰਦੀ ਹੈ, ਬਟ E3 ਐਂਡ E2 'ਚ ਆਪਾਂ ਨੂੰ ਜ਼ਿਆਦਾ ਨਹੀਂ ਐਨਰਜੀ ਚਾਹੀਦੀ ਹੁੰਦੀ ਹੈ। ਜਿਵੇਂ ਆਹ ਦੇਖੋ ਆਪਣੇ ਕੋਲੇ E3 ਲੈਵਲ ਹੈ, ਆਪਣੇ ਕੋਲੇ ਮੈਟਾਸਟੇਬਲ ਸਟੇਟ ਹੈ, ਆਪਾਂ E2 ਤੋਂ ਥੱਲੇ ਆਉਣਾ, ਠੀਕ ਹੈ। E2 ਤੋਂ ਆਪਾਂ ਥੱਲੇ ਆਉਣਾ ਤਾਂ ਆਪਾਂ ਨੂੰ ਇੱਥੇ ਮੰਨ ਲਓ ਐਨਰਜੀ ਚਾਹੀਦੀ ਆ 2 ਜੂਲ, ਠੀਕ ਹੈ। ਹੁਣ ਆਪਣੇ ਕੋਲੇ ਲੈਵਲ ਆ ਉੱਥੇ ਹੀ 4 ਲੈਵਲ ਹੈ। ਹੁਣ ਇਹਦੇ ਵਿਚਕਾਰ ਵੀ ਇੱਕ ਲੈਵਲ ਆ ਗਿਆ। ਹੁਣ ਇੱਥੋਂ ਮੰਨ ਲਓ ਆਪਣੇ ਕੋਲੇ 4 ਲੈਵਲ ਹੈਗੀ ਹੈ,
ਇੱਥੇ ਆਪਣੇ ਕੋਲ ਆਹ 3 ਲੈਵਲ ਹੈ। ਇੱਕ ਇੱਥੋਂ ਸਿੱਧਾ ਆਉਣਾ, ਇੱਥੇ ਸਟਿਮੂਲੇਟਡ ਅਮਿਸ਼ਨ ਤੇ ਇੱਥੇ ਸਪੌਂਟੇਨੀਅਸ। ਇੱਥੇ ਸਿੱਧਾ ਸਪੌਂਟੇਨੀਅਸ ਅਮਿਸ਼ਨ ਹੋਣਾ ਮੈਟਾ ਟੂ ਸਟੇਬਲ ਸਟੇਟ 'ਚ, ਤੇ ਆਪ ਸਟਿਮੂਲੇਟ ਕਰਵਾਉਣਾ, ਇੱਥੇ ਸਟਿਮੂਲੇਟਡ ਅਮਿਸ਼ਨ ਹੋ ਜਾਂਦਾ। ਇੱਥੇ ਸਿਰਫ ਇੰਨਾ ਸਟਿਮੂਲੇਟਡ ਅਮਿਸ਼ਨ ਹੋਏਗਾ, ਬਾਕੀ ਤਾਂ ਸਪੌਂਟੇਨੀਅਸ ਹੋਏਗਾ। ਮਤਲਬ ਕਿ ਇੱਥੇ ਜਿਹੜੇ ਸਟਿਮੂਲੇਟਡ ਅਮਿਸ਼ਨ ਕਰਵਾਉਣ ਲਈ ਜਿਹੜੀ એનર્ਜੀ ਆਪਾਂ ਨੂੰ ਘੱਟ ਦੇਣੀ ਪਏਗੀ ਕਿਹਦੇ ਅੰਦਰ 4 ਲੈਵਲ 'ਚ ਕੰਪੈਰੇਟਿਵਲੀ 3 ਲੈਵਲ ਲੇਜ਼ਰ 'ਚ। ਠੀਕ ਹੈ, ਹੁਣ ਆਪਾਂ ਦੇਖਦੇ ਹਾਂ। In this case, population is not sustained because metastable state E2 is depopulated very rapidly and population inversion ends. One is wait till the condition population inversion is again achieved. ਇੱਥੇ ਆਪਾਂ ਨੂੰ ਪ੍ਰੋਸੈਸ ਹੈ ਬਹੁਤ ਜਲਦੀ ਕਰਨਾ ਪਏਗਾ, ਕਿਉਂਕਿ ਆਪਣੇ ਕੋਲੇ ਮੈਟਾਸਟੇਬਲ ਸਟੇਟ 'ਚ ਮਾੜੀ ਜਿਹੀ ਐਨਰਜੀ ਦੇਣ 'ਤੇ ਹੀ ਥੱਲੇ ਆ ਜਾਣਗੇ ਐਂਡ ਦੈਨ ਫਿਰ ਆਪਾਂ ਨੂੰ ਪ੍ਰੋਸੈਸ ਰਿਪੀਟ ਕਰਨਾ ਪਏਗਾ। ਬਟ ਇੱਥੇ ਕੀ ਹੁੰਦਾ, ਆਪਾਂ ਐਨਰਜੀ ਥੋੜ੍ਹੀ ਦੇਣੀ ਪੈਂਦੀ ਹੈ, ਪ੍ਰੋਸੈਸ ਵੀ ਹੌਲੀ ਹੁੰਦਾ। ਦਿਸ ਇਜ਼ ਕੇਸ ਦ ਪੋਪੂਲੇਸ਼ਨ ਇਨਵਰਜਨ ਇਜ਼ ਸਸਟੇਨਡ ਐਂਡ ਬਿਕੋਜ਼ ਦ ਲਾਈਫ ਟਾਈਮ of the low energy level is much shorter than hence the atoms are quickly drop ground state by means that spontaneous emission. ਸੋ ਹੁਣ ਆਪਣੇ ਕੋਲੇ ਮੈਟਾਸਟੇਬਲ ਸਟੇਟ ਤੋਂ ਸਟਿਮੂਲੇਟਡ ਅਮਿਸ਼ਨ ਕਰਵਾਉਣ ਤੋਂ ਬਾਅਦ ਆਪਾਂ ਨੂੰ ਸਪੌਂਟੇਨੀਅਸ ਅਮਿਸ਼ਨ ਬਹੁਤ ਜਲਦੀ ਹੋ ਜਾਂਦਾ। ਸੋ no accumulation of atoms are lower level E2 and helps to sustaining population inversion between E3 and E2 lasing beam obtained continue ਕੰਟੀਨਿਊ ਮੋਡ 'ਚ ਹੁੰਦਾ ਹੈ, ਆਪਣੇ ਕੋਲੇ ਪਲਸਡ ਫੋਰਮ 'ਚ ਹੁੰਦਾ। 3 ਲੈਵਲ ਹੈਜ਼ ਲੋ ਐਫੀਸ਼ੀਐਂਸੀ, ਇਹਦੇ ਕੋਲੇ ਜਿਹੜੇ ਆਪਣੇ ਕੋਲੇ 4 ਲੈਵਲ ਹੈ ਇਹਦੀ ਐਫੀਸ਼ੀਐਂਸੀ ਜ਼ਿਆਦਾ ਹੁੰਦੀ ਹੈ। ਰੇਟ ਆਫ ਪੰਪਿੰਗ ਇਜ਼ ਹਾਈ, ਰੇਟ ਆਫ ਪੰਪਿੰਗ ਇਜ਼ ਲੋ। ਰੇਟ ਆਫ ਪੰਪਿੰਗ ਆਪਣੇ ਕੋਲੇ 3 ਲੈਵਲ 'ਚ ਆਪਣੇ ਕੋਲੇ ਹਾਈ ਹੁੰਦਾ। ਕਿਉਂ? ਕਿਉਂਕਿ ਇੱਥੋਂ ਸਿੱਧਾ E3 'ਚ ਜਾਂਦਾ, ਇੱਥੇ ਆਪਣੇ ਕੋਲੇ E4 'ਚ ਜਾਂਦਾ। ਸ਼ੁਰੂਆਤ 'ਤੇ ਤਾਂ ਆਪਾਂ ਨੂੰ ਹਲਕੀ ਜਿਹੀ ਐਨਰਜੀ ਥੋੜ੍ਹੀ ਜ਼ਿਆਦਾ ਨਹੀਂ, ਇਸ ਕਰਕੇ ਰੇਟ ਉਹਨੇ ਜ਼ਿਆਦਾ ਉੱਤੇ ਤੱਕ ਜਾਣਾ, 4 ਲੈਵਲ ਤੱਕ ਜਾਣਾ। ਠੀਕ ਹੈ, ਇਸ ਕਰਕੇ ਆਪਣੇ ਕੋਲ ਰੇਟ ਆਫ ਪੰਪਿੰਗ ਲੋ ਹੁੰਦਾ। ਬੋਰਡਿੰਗ ਸਪੈਕਟਰਲ ਲਾਈਨਸ ਆਪਾਂ ਨੋਟਸ ਤੋਂ ਕਰਾਂਗੇ, ਇੱਥੇ ਥੋੜ੍ਹਾ ਟਫ ਦਿੱਤਾ ਹੋਇਆ ਅਤੇ ਆਪਾਂ ਨੈਕਸਟ ਵੀਡੀਓ 'ਚ ਕਵਰ ਕਰਾਂਗੇ। ਥੈਂਕ ਯੂ।